9th ਦੀ ਪੰਜਾਬੀ ਦੀ ਸਿਲੇਬਸ ਦੇ ਅਕੋਰਡਿੰਗ ਜਿਹੜੀ 4th ਪੋਇਮ ਹੈ ਸਾਡੇ ਕੋਲ ਉਹ ਹੈ ਨਵੀਂ ਪੁਰਾਣੀ ਤਹਿਜ਼ੀਬ। ਇਹ ਪੋਇਮ ਹੈ ਸਾਡੀ ਅਤੇ ਇਸ ਪੋਇਮ ਦੇ ਪੋਇਟ ਹੈਗੇ ਨੇ ਸਾਡੇ ਵਿਦਾਤਾ ਸਿੰਘ ਧੀਰ। ਵਿਦਾਤਾ ਸਿੰਘ ਧੀਰ ਨੇ ਇਹ ਪੋਇਮ ਲਿਖੀ ਹੈ। ਪਹਿਲੇ ਰਾਈਟਰ ਬਾਰੇ ਅਸੀਂ ਥੋੜ੍ਹਾ ਬਹੁਤ ਪੜ੍ਹ ਲੈਂਦੇ ਹਾਂ। ਵਿਦਾਤਾ ਸਿੰਘ ਧੀਰ ਦਾ ਜਨਮ ਪਿਤਾ ਸਰਦਾਰ ਹੀਰਾ ਸਿੰਘ ਅਤੇ ਮਾਤਾ ਕਾਨੀ ਦੇਵੀ ਦੇ ਘਰ ਪਿੰਡ ਕਰੋਕਟ, ਜ਼ਿਲ੍ਹਾ ਰਾਵਲਪਿੰਡੀ, ਪਾਕਿਸਤਾਨ ਵਿੱਚ 15 ਅਗਸਤ 1901 ਈਸਵੀ ਨੂੰ ਹੋਇਆ। ਭਾਵੇਂ ਆਪ ਨੂੰ ਬਕਾਇਦਾ ਵਿੱਦਿਆ ਪ੍ਰਾਪਤ ਦਾ ਸੁਭਾਅ ਪ੍ਰਾਪਤ ਨਾ ਹੋਇਆ, ਪਰ ਆਪ ਨੇ ਅਕਾਲੀ ਲਹਿਰ ਦੇ ਪ੍ਰਭਾਵ ਹੇਠ ਆ ਕੇ ਲਿਖਣਾ ਸ਼ੁਰੂ ਕਰਤਾ। ਯਾਨੀ ਕਿ ਇਹਨਾਂ ਦੀ ਵੀ ਐਜੂਕੇਸ਼ਨ ਜਿਹੜੀ ਹੈ ਉਹ ਪੂਰੀ ਨਹੀਂ ਹੋ ਪਾਈ, ਬਟ ਆਜ਼ਾਦੀ ਦੇ ਸਟਰਗਲ ਦੇ ਨਾਲ ਨਾਲ ਇਹਨਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ। ਵਿਦਾਤਾ ਸਿੰਘ ਧੀਰ ਕਵੀ ਦਰਬਾਰਾਂ ਦੀ ਸ਼ਾਨ ਸਮਝੇ ਜਾਂਦੇ ਸਨ। ਆਪ ਨੇ ਬਹੁਤੀ ਧਾਰਮਿਕ ਅਤੇ ਸਟੇਜੀ ਕਵਿਤਾ ਲਿਖੀ, ਯਾਨੀ ਇਹਨਾਂ ਦੀ ਕਵਿਤਾਵਾਂ ਉੱਤੇ ਸਟੇਜ ਯਾਨੀ ਸਟੇਜ 'ਤੇ ਬੋਲਣ ਵਾਲੀਆਂ ਕਵਿਤਾਵਾਂ ਜਿਹੜੀਆਂ ਵੱਡੀਆਂ ਕਵਿਤਾਵਾਂ ਹਨ, ਅਤੇ ਧਾਰਮਿਕ ਯਾਨੀ ਧਰਮ ਦਾ ਪ੍ਰਭਾਵ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਹੈ। ਸਰਲਤਾ, ਸਪਸ਼ਟਤਾ ਅਤੇ ਸਾਦਗੀ ਆਪ ਦੀ ਕਵੀ ਸ਼ੈਲੀ ਦੇ ਮੁੱਖ ਗੁਣ ਹਨ, ਯਾਨੀ ਸਰਲ, ਸਪਸ਼ਟ ਅਤੇ ਸਾਦਗੀ ਯਾਨੀ ਸਿੰਪਲ। ਇਸ ਤਰੀਕੇ ਦੀ ਇਹਨਾਂ ਦੀ ਕਵਿਤਾ ਦੇ ਜਿਹੜੇ ਨੇ ਮੁੱਖ ਗੁਣ ਹਨ। ਧੀਰ ਜੀ ਦਾ ਦੇਹਾਂਤ 1973 ਈਸਵੀ ਵਿੱਚ ਹੋਇਆ ਅਤੇ ਇਹਨਾਂ ਦਾ ਫਿਰ ਡੈਥ ਹੋ ਗਈ। ਅਤੇ ਕੁਝ ਇਹਨਾਂ ਦੀਆਂ ਫੇਮਸ ਰਚਨਾਵਾਂ ਹਨ ਬੰਦਾ ਸਿੰਘ ਬਹਾਦਰ, ਦਸ਼ਮੇਸ਼ ਦਰਸ਼ਨ ਆਦਿ। ਹੁਣ ਆ ਜਾਂਦੇ ਹਾਂ ਸਾਡੀ ਪੋਇਮ ਦੇ ਉੱਤੇ। ਅਤੇ ਜਿਹੜੀ ਸਾਡੀ ਪੋਇਮ ਹੈ ਨਵੀਂ ਪੁਰਾਣੀ ਤਹਿਜ਼ੀਬ, ਇਸ ਵਿੱਚ ਬੇਸਿਕਲੀ ਪੋਇਟ ਜਿਹੜਾ ਹੈ ਉਹ ਸੰਕੇਤਾਂ ਰਾਹੀਂ ਗੱਲ ਕਰ ਰਿਹਾ। ਪਹਿਲੀ ਗੱਲ। ਦੂਜੀ ਗੱਲ ਹੈ ਕਿ ਇਸ ਪੋਇਮ ਦੇ ਉੱਤੇ ਸਾਨੂੰ ਆਜ਼ਾਦੀ ਲਹਿਰ ਬਹੁਤ ਹੀ ਬੇਖੂਬੀ ਨਾਲ ਦੇਖਣ ਨੂੰ ਮਿਲਦੀ ਹੈ। ਤੀਜੀ ਚੀਜ਼ ਸਾਨੂੰ ਜਿਹੜੀ ਦੇਖਣ ਨੂੰ ਮਿਲਦੀ ਹੈ ਉਹ ਹੈ ਪੀੜ੍ਹੀ ਪਾੜਾ, ਯਾਨੀ ਜਨਰੇਸ਼ਨ ਗੈਪ ਦੇਖਣ ਨੂੰ ਮਿਲ ਰਿਹਾ ਹੈ ਕਿ ਨਵੀਂ ਤਹਿਜ਼ੀਬ ਕੀ ਸੀ, ਕੀ ਹੈ, ਅਤੇ ਪੁਰਾਣੀ ਤਹਿਜ਼ੀਬ ਕੀ ਸੀ। ਯਾਨੀ ਪਹਿਲੇ ਦੇ ਲੋਕਾਂ ਅਤੇ ਹੁਣ ਦੇ ਲੋਕਾਂ 'ਚ ਕੀ ਫਰਕ ਆ ਰਿਹਾ ਹੈ, ਸਾਡਾ ਸਮਾਜ ਕਿਹੋ ਜਿਹਾ ਹੋ ਰਿਹਾ ਹੈ। ਜਨਰੇਸ਼ਨ ਗੈਪ ਸਾਨੂੰ ਦੇਖਣ ਨੂੰ ਮਿਲ ਰਿਹਾ। ਅਤੇ ਇਹ 3 ਮੇਨ ਫੈਕਟਰਸ 'ਤੇ ਇਹ ਪੂਰੀ ਪੋਇਮ ਜਿਹੜੀ ਹੈ ਉਹ ਡਿਵੈਲਪ ਹੋਈ ਹੈ। ਪੜ੍ਹਨਾ ਸ਼ੁਰੂ ਕਰਦੇ ਹਾਂ। ਹੱਥ ਵੇਲਾ ਨਹੀਂ ਆਉਂਦਾ, ਹੱਥੋਂ ਜੋ ਗਵਾਚ ਗਿਆ, ਯਾਨੀ ਤੁਹਾਡੇ ਹੱਥੋਂ ਜੋ ਚੀਜ਼ ਗਵਾਚ ਗਈ ਹੈ ਉਹ ਵਾਪਸ ਮੁੜ ਕੇ ਨਹੀਂ ਆਣੀ। ਉਹ ਜੋਬਨ ਨਹੀਂ ਮੁੜਦਾ ਜੋ ਪਤਰਾ ਵਾਚ ਗਿਆ, ਯਾਨੀ ਜੇ ਤੁਹਾਡੀ ਜਵਾਨੀ ਇੱਕ ਵਾਰ ਲੰਘ ਗਈ ਉਹ ਵਾਪਸ ਮੁੜ ਕੇ ਨਹੀਂ ਆਣੀ। ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਹਨ, ਪਰਤਣ ਨਾ ਪਤਣਾ ਦੇ ਇਹ ਦਾਨੇ ਕਹਿ ਗਏ ਹਨ। ਯਾਨੀ ਨਦੀ ਦਾ ਪਾਣੀ ਜੇ ਇੱਕ ਵਾਰ ਵਗ ਜਾਂਦਾ ਹੈ ਅਤੇ ਉਹ ਵਾਪਸ ਮੁੜ ਕੇ ਨਹੀਂ ਆਉਂਦਾ, ਬੇਸ਼ੱਕ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ। ਤਦਬੀਰ ਲਿਆਵੇਂ ਕਿਵੇਂ ਤਕਦੀਰ ਜੋ ਲੈ ਗਈ, ਗੱਲਾਂ ਹਨ ਚੱਲੀਆਂ ਤਾਂ ਗੱਲ ਕਰਨੀ ਪੈ ਗਈ। ਯਾਨੀ ਪੋਇਟ ਜਿਹੜਾ ਹੈ ਗੱਲਾਂ ਵਿੱਚੋਂ ਗੱਲ ਕੱਢ ਕੇ ਇੱਕ ਕਵਿਤਾ ਕੰਸਟਰਕਟ ਕਰ ਰਿਹਾ ਹੈ, ਜੋ ਕਿ ਸਾਨੂੰ ਸਭ ਤੋਂ ਪਹਿਲੇ ਤਾਂ ਟਾਈਮ ਦੀ ਇੰਪੋਰਟੈਂਸ ਅਤੇ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਵਾਰ ਜੋ ਚੀਜ਼ ਚਲੀ ਗਈ ਉਹ ਵਾਪਸ ਮੁੜ ਕੇ ਨਹੀਂ ਆਉਂਦੀ। ਠੀਕ ਹੈ। ਤਹਿਜ਼ੀਬ ਗਵਾਈ ਨਹੀਂ, ਅਸਾਂ ਅਕਲ ਗਵਾ ਲਈ ਹੈ, ਕਪਲਾ ਗਿਓ ਦੇ ਕੇ ਕਰੋ ਇੱਕ ਖੋਤੀ ਵਟਾ ਲਈ ਹੈ। ਇਹ ਬੜੀ ਇੰਪੋਰਟੈਂਟ ਲਾਈਨ ਹੈ। ਉਹ ਕਹਿ ਰਹੇ ਨੇ ਅਸੀਂ ਤਹਿਜ਼ੀਬ ਨਹੀਂ ਗਵਾਈ, ਅਸੀਂ ਆਪਣਾ ਬੋਲਣ ਚਾਲਣ ਦਾ ਤਰੀਕਾ ਨਹੀਂ ਗਵਾਇਆ, ਅਸੀਂ ਆਪਣੀ ਅਕਲ ਗਵਾ ਲਈ, ਯਾਨੀ ਅਸੀਂ ਆਪਣੀ ਇੰਟੈਲੀਜੈਂਸ ਨੂੰ ਵੀ ਗਵਾਚ ਦਿੱਤਾ, ਗੁੰਮ ਕਰ ਦਿੱਤਾ। ਕਪਲਾ ਗਊ ਦੇ ਕੇ ਕਰੋ ਇੱਕ ਖੋਤੀ ਵਟਾ ਲਈ, ਯਾਨੀ ਜਿਹੜੀ ਗਾਂ ਹੈ ਸਾਡੇ ਘਰ 'ਚ ਸੀ, ਜਿਸ ਤੋਂ ਸਾਨੂੰ ਦੁੱਧ, ਦਹੀਂ, ਮੱਖਣ, ਘਿਓ ਸਭ ਕੁਝ ਮਿਲਦਾ ਸੀ, ਅਸੀਂ ਕੀ ਕੀਤਾ ਉਸ ਗਾਂ ਨੂੰ ਦੇ ਕੇ ਖੋਤੀ ਯਾਨੀ ਇੱਕ ਫੀਮੇਲ ਡੋਂਕੀ ਅਸੀਂ ਲੈ ਆਇਆ। ਸੋ ਕਹਿਣ ਦਾ ਕੀ ਮਤਲਬ ਹੈ, ਇੱਥੇ ਸੰਕੇਤਾਂ ਯਾਨੀ ਜਾਨਵਰਾਂ ਦਾ ਪ੍ਰਯੋਗ ਕਰਕੇ ਸੰਕੇਤਾਂ ਰਾਹੀਂ ਗੱਲ ਕਰਨ ਦੀ ਕੋਸ਼ਿਸ਼ ਕਰੀ ਜਾ ਰਹੀ ਹੈ। ਕੀ ਲਈ ਤਹਿਜ਼ੀਬ ਨਵੀਂ ਗੱਲ ਜਹਿਮਤ ਪਾ ਲਈ ਹੈ, ਜੇ ਇਹ ਵੀ ਕਹਿ ਦਈਏ ਮਸਾਂ ਨਹੀਂ ਝੂਠ ਕਹੀਏ, ਰਿਸ਼ੀਆਂ ਦੇ ਚੌਕੇ ਵਿੱਚੋਂ ਲੱਛਮ ਦੀ ਝੂਠ ਕੋਈ, ਆਈ ਅਗ ਲੈਣ ਲਈ ਆ ਕੇ ਕਰ ਪਾ ਬੈਠੀ, ਭਾਰਤ ਦਾ ਸੌਪਣਾ ਸਭ ਰਿੰਨਾ
ਕੇ ਖਾ ਬੈਠੀ, ਜੋ ਅੱਜ ਤੀਕ ਨਹੀਂ ਅੱਖੀ ਉਹ ਅੱਖੀ ਜਾਣੀ ਹੈ। ਯਾਨੀ ਕਿ ਅਸੀਂ ਆਪਣੀ ਫਾਇਦੇ ਦੀ ਚੀਜ਼ ਜਿਹੜੀ ਹੈ ਉਹ ਛੱਡ ਕੇ ਅਸੀਂ ਮਾਡਰਨਿਜ਼ਮ ਵੱਲ ਵੱਧ ਰਹੇ ਹਾਂ। ਬਟ ਰਾਈਟਰ ਦੇ ਅਕੋਰਡਿੰਗ ਮਾਡਰਨਿਜ਼ਮ ਟੋਟਲੀ ਜਿਹੜਾ ਹੈ ਸਾਡਾ ਨੈਗੇਟਿਵ ਹੈ। ਕਿਉਂ ਨੈਗੇਟਿਵ ਹੈ? ਕਿਉਂਕਿ ਉਹਨਾਂ ਨੂੰ ਸੁਸਾਇਟੀ 'ਚ ਜਿਹੜਾ ਚੇਂਜ ਆ ਰਿਹਾ ਉਹ ਪਸੰਦ ਨਹੀਂ ਆ ਰਿਹਾ, ਅਤੇ ਇਸ ਚੇਂਜ ਨੂੰ ਉਹ ਆਪਣੀ ਪੋਇਮਸ ਰਾਹੀਂ ਜਿਹੜਾ ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪਹਿਲੇ ਜਿਹੜਾ ਭਾਰਤ ਵਿੱਚ ਰਿਸ਼ੀ ਮੁਨੀ ਹੁੰਦੇ ਸਨ ਅਤੇ ਸਭ ਕੁਝ ਕਿਸ ਤਰੀਕੇ ਦਾ ਹੁੰਦਾ ਸੀ। ਬਟ ਰਿਸ਼ੀਆਂ ਮੁਨੀਆਂ ਤੋਂ ਹੁਣ ਸਾਡੇ ਕੋਲ ਅੰਗਰੇਜ਼ ਆ ਗਏ ਨੇ, ਅਤੇ ਅੰਗਰੇਜ਼ਾਂ ਦੇ ਆਉਣ ਕਰਕੇ ਜਿਹੜਾ ਹੈ ਸਾਡੀ ਸੁਸਾਇਟੀ ਵਿੱਚ ਕਿਵੇਂ ਟ੍ਰਾਂਜੀਸ਼ਨ ਆ ਗਿਆ ਹੈ। ਹੁਣ ਇਹਨਾਂ ਜਿਹੜੀਆਂ ਅੱਗੇ ਦੀਆਂ ਲਾਈਨਾਂ ਨੇ ਇਸ 'ਚ ਕੰਪੈਰੀਜ਼ਨ ਕੀਤਾ ਹੈ। ਉਹ ਦੁੱਧ ਸੀ ਬਰਕਤ ਦਾ, ਇਹ ਫੁੱਟ ਦਾ ਪਾਣੀ ਹੈ। ਯਾਨੀ ਜਦ ਰਿਸ਼ੀਆਂ ਮੁਨੀਆਂ ਦੀ ਧਰਤੀ ਸੀ ਉਹ ਸਾਡੇ ਲਈ ਦੁੱਧ ਸੀ, ਬਟ ਹੁਣ ਜਿਹੜਾ ਅੰਗਰੇਜ਼ ਆ ਗਏ ਨੇ ਇਹ ਸਾਡੇ ਲਈ ਪਾਣੀ ਹੈ। ਉਹ ਜੀਵਨ ਦਿੰਦੀ ਸੀ, ਇਹ ਜੀਵਨ ਲੈਂਦੀ ਹੈ। ਉਹ ਖਾਣ ਨੂੰ ਦਿੰਦੀ ਸੀ, ਇਹ ਖਾਣ ਨੂੰ ਪੈਂਦੀ ਹੈ। ਉਹ ਬਾਂਹ ਵੰਡਦੀ ਸੀ, ਇਹ ਬਾਂਹ ਪੰਦੀ ਹੈ। ਉਹ ਬੋਲੀ ਭਾਲੀ ਸੀ, ਇਹ ਚੰਚਲ ਮੰਦੀ ਹੈ। ਉਹ ਵੀਰ ਮਨਾਉਂਦੀ ਸੀ, ਇਹ ਵੀਰ ਲੜਾਉਂਦੀ ਹੈ। ਉਹ ਛਾਵੇਂ ਸੁੱਟਦੀ ਸੀ, ਇਹ ਸੁੱਕਣੇ ਪਾਉਂਦੀ ਹੈ। ਉਸ ਵਿੱਚ ਇੱਕ ਕਰਦਾ ਸੀ, ਸਭ ਟੱਬਰ ਖਾਂਦਾ ਸੀ ਸਮੇਂ ਆਜ਼ਾਦੀ ਦੇ ਹਿੰਦ ਟੋਲੇ ਗਾਉਂਦਾ ਸੀ। ਹੁਣ ਉਹ ਸੀ ਫੀਮੇਲ ਵਰਜ਼ਨ, ਫੀਮੇਲ ਨੂੰ ਇੰਡੀਕੇਟ ਕੀਤਾ ਜਾ ਰਿਹਾ ਹੈ। ਅਤੇ ਫੀਮੇਲ ਕਿਹੜੀ? ਪਹਿਲੇ ਜਿਹੜੀ ਗਾਂ ਸੀ, ਹੁਣ ਜਿਹੜੀ ਖੋਤੀ ਹੈ। ਹੁਣ ਗਾਂ ਜਿਹੜੀ ਸੀ ਉਹ ਰਿਸ਼ੀਆਂ ਮੁਨੀਆਂ ਦਾ ਟਾਈਮ ਸੀ, ਜਿਹੜੀ ਖੋਤੀ ਹੈ ਯਾਨੀ ਫੀਮੇਲ ਡੋਂਕੀ ਹੈ ਉਹ ਅੰਗਰੇਜ਼ਾਂ ਦਾ ਟਾਈਮ ਹੈ। ਜੇ ਤੁਸੀਂ ਪੋਇਮ ਦੀ ਉਹ ਵਾਲੀਆਂ ਲਾਈਨਸ ਪੜ੍ਹੋ ਤਾਂ ਤੁਹਾਨੂੰ ਸਮਝ ਆਏਗਾ। ਉਹ ਖਾਣ ਨੂੰ ਦਿੰਦੀ ਸੀ, ਇਹ ਖਾਣ ਨੂੰ ਪੈਂਦੀ ਹੈ। ਯਾਨੀ ਪਹਿਲੇ ਦਾ ਟਾਈਮ ਕੀ ਸੀ, ਹੁਣ ਦਾ ਟਾਈਮ ਕੀ ਹੈ। ਉਹ ਵੀਰ ਮਨਾਉਂਦੀ ਸੀ, ਇਹ ਵੀਰ ਲੜਾਉਂਦੀ ਹੈ। ਯਾਨੀ ਪਹਿਲੇ ਦੇ ਲੋਕਾਂ ਵਿੱਚ ਆਪਸੀ ਭਾਈਚਾਰਾ ਸੀ, ਹੁਣ ਅੱਜ ਇੱਕ ਬੰਦਾ ਦੂਜੇ ਬੰਦੇ ਨੂੰ ਲੜਨ ਨੂੰ ਪੈਂਦਾ ਹੈ। ਉਹ ਛਾਵੇਂ ਸੁੱਟਦੀ ਸੀ, ਇਹ ਸੁੱਕਣੇ ਪਾਉਂਦੀ ਹੈ। ਤੋ ਇਸ ਕਰਕੇ ਉਹ ਜੀਵਨ ਦਿੰਦੀ ਸੀ, ਇਹ ਜੀਵਨ ਲੈਂਦੀ ਹੈ। ਦੋਨਾਂ ਟਾਈਮਾਂ ਵਿੱਚ ਸਾਨੂੰ ਡਿਫਰੈਂਸ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੀ ਸਮੇਂ ਆਜ਼ਾਦੀ ਦੇ ਹਿੰਦ ਟੋਲੇ ਗਾਉਂਦੇ ਸੀ, ਇਸ ਵਿੱਚ ਮਰ ਕੇ ਵੀ ਸਭ ਭੁੱਖੇ ਮਰਦੇ ਹਨ। ਹੋ ਕੇ ਦਿਨ ਰਾਤ ਪਰਨ, ਪਰ ਪੇਟ ਨਾ ਭਰਦੇ ਹਨ। ਯਾਨੀ ਦਿਨ ਰਾਤ ਅਸੀਂ ਬਸ ਸੰਘਰਸ਼ ਕਰ ਰਹੇ ਹਾਂ, ਬਟ ਸਾਡਾ ਜਿਹੜਾ ਢਿੱਡ ਹੈ ਉਹ ਪੂਰੀ ਤਰੀਕੇ ਨਾਲ ਭਰ ਹੀ ਨਹੀਂ ਪਾ ਰਿਹਾ, ਅਸੀਂ ਸੈਟਿਸਫਾਈਡ ਹੀ ਨਹੀਂ ਹੋ ਪਾ ਰਹੇ। ਕੀਰਤੀ ਦੀ ਛਾਲ ਤੇ ਇਹ ਮੂੰਗ ਪਈ ਦਲਦੀ ਹੈ। ਰਤ ਪੀ ਲੱਸੀਆਂ ਦੀ ਇਹਦੀ ਗੋਗੜ ਪਲਦੀ ਹੈ। ਯਾਨੀ ਅੱਜ ਕੱਲ੍ਹ ਦੇ ਲੋਕਾਂ ਨੂੰ ਜਿਹੜੀ ਹੈ ਮੂੰਗ ਦੀ ਦਾਲ ਜਿਹੜੀ ਹੈ ਉਹ ਵੀ ਨਹੀਂ ਪਚਦੀ। ਲੋਕਾਂ ਦਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਅੱਜ ਦੇ ਟਾਈਮ 'ਚ ਅਤੇ ਪਹਿਲੇ ਦੇ ਟਾਈਮ 'ਚ ਕਿੰਨਾ ਫਰਕ ਹੈ। ਬਿਜਲੀ ਦੇ ਲਾਟੂ ਜੋ ਇਸ ਦੇ ਘਰ ਜਗਦੇ ਹਨ, ਉਹ ਨੈਣ ਗਰੀਬਾਂ ਦੇ ਕੱਢੇ ਹੋਏ ਲੱਗਦੇ ਹਨ। ਬੜੀ ਇੰਪੋਰਟੈਂਟ ਲਾਈਨ ਹੈ। ਬਿਜਲੀ ਦੇ ਲਾਟੂ ਯਾਨੀ ਬਿਜਲੀ ਦੇ ਜਿਹੜੇ ਬਲਬ ਨੇ ਇਸ ਦੇ ਘਰ ਜਗਦੇ ਹਨ। ਇਸ ਕੌਣ? ਅੰਗਰੇਜ਼ਾਂ ਦੇ ਘਰ ਜਗਦੇ ਹਨ। ਉਹ ਨੈਣ ਗਰੀਬਾਂ ਦੇ ਕੱਢੇ ਹੋਏ ਲੱਗਦੇ ਹਨ। ਇੰਝ ਲੱਗਦਾ ਹੈ ਗਰੀਬਾਂ ਦੀ ਜਿਹੜੇ ਨੈਣ ਨੇ ਉਹ ਕੱਢ ਕੇ ਉਹ ਬਲਬਾਂ ਦੀ ਤਰ੍ਹਾਂ ਲਗਾਏ ਹੋਏ ਨੇ। ਅਗੇਨ ਅੰਗਰੇਜ਼ਾਂ ਅਤੇ ਲੋਕਾਂ ਦੇ ਆਜ਼ਾਦੀ ਲਹਿਰ ਬਾਰੇ ਇਹ ਪੋਇਮ ਤੁਰ ਰਹੀ ਹੈ। ਖਲ ਲਾ ਕੇ ਲੋਕਾਂ ਦੀ ਇਹ ਸੂਟ ਸਵਾਉਂਦੀ ਹੈ। ਪੀ ਮਜ਼ਦੂਰਾਂ ਨੂੰ ਇਹ ਪਾਊਡਰ ਲਾਉਂਦੀ ਹੈ। ਯਾਨੀ ਕਿ ਚੂਨਾ ਲਾਉਂਦੀ ਹੈ, ਪਾਗਲ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਮਜ਼ਦੂਰਾਂ ਨੂੰ। ਆ ਕੇ ਇਸ ਚੰਦਰੀ ਨੇ ਹੋਣੀ ਵਰਤਾ ਦਿੱਤੀ, ਲਾਲੀ ਸਭ ਭਾਰਤ ਦੀ ਟੰਗ ਨਾਲ ਉਡਾ ਦਿੱਤੀ। ਯਾਨੀ ਜਿਸ ਤਰੀਕੇ ਦੀ ਨੈਚੁਰਲ ਬਿਊਟੀ ਸੀ, ਲਾਲੀ ਸੀ ਲੋਕਾਂ ਦੀ, ਉਹਨਾਂ ਦੇ ਮੂੰਹ ਤੋਂ ਉਤਰ ਗਈ ਹੈ। ਪਿਛਲੇ ਵਰਿਆਮਾਂ ਦੇ ਹੁਣ ਨਾਵੇ ਰਹਿ ਗਏ ਹਨ, ਅੱਜ ਕੱਲ੍ਹ ਤੇ ਗੱਭਰੂ ਤਾਂ ਪਰਛਾਵੇਂ ਰਹਿ ਗਏ ਹਨ। ਪਹਿਲੀ ਦੀ ਵਾਟ ਕਰਨ ਤਾਂ ਕੋਠੀ ਹਲਦੀ ਹੈ, ਮੂੰਗੀ ਦੀ ਦਾਲ ਪਈ ਨਾ ਢਿੱਡ ਵਿੱਚ ਗਲਦੀ ਹੈ। ਯਾਨੀ ਪਹਿਲੇ ਦੇ ਟਾਈਮ ਦੇ ਲੋਕ ਕਿੰਨੇ ਹਾਰਡ ਵਰਕਿੰਗ ਸੀਗੇ,
ਨਾ ਸਾਰਾ ਕੰਮ ਖੁਦ ਕਰਦੇ ਸੀ, ਮਸ਼ੀਨੀਕਰਨ, ਇੰਡਸਟਰੀਅਲਾਈਜੇਸ਼ਨ ਨਹੀਂ ਸੀ, ਅਤੇ ਉਸ ਚੀਜ਼ ਦਾ ਵੀ ਫਰਕ ਆਉਂਦਾ ਸੀ। ਅਤੇ ਜਿਵੇਂ ਮੈਂ ਮੂੰਗੀ ਦੀ ਦਾਲ ਦਾ ਐਗਜ਼ਾਮਪਲ ਦਿੱਤਾ, ਫਿਰ ਆਈ ਗੱਲ ਮੂੰਗੀ ਦੀ ਦਾਲ ਪਈ ਨਾ ਢਿੱਡ ਵਿੱਚ ਗਲਦੀ ਹੈ, ਯਾਨੀ ਲੋਕਾਂ ਤੋਂ ਬੇਸਿਕ ਖਾਣਾ ਵੀ ਜਿਹੜਾ ਉਹ ਨਹੀਂ ਪਚ ਰਿਹਾ। ਇਹ ਬਿਜਲੀ ਕੜਕ ਪਈ ਭਾਰਤ ਦੇ ਵੇਸਾਂ 'ਤੇ, ਇਸ ਕੈਂਚੀ ਪਰ ਦਿੱਤੀ ਕੁੜੀਆਂ ਦੀਆਂ ਕੇਸਾਂ 'ਤੇ, ਯਾਨੀ ਜਿਹੜੀ ਬਿਜਲੀ ਹੈ ਉਹ ਸਾਡੇ ਕੱਪੜਿਆਂ 'ਤੇ ਵੀ ਆ ਗਈ ਹੈ, ਅਤੇ ਕੁੜੀਆਂ ਜਿਹੜੀਆਂ ਨੇ ਉਹ ਵੀ ਆਪਣੇ ਬਾਲ ਜਿਹੜੇ ਨੇ ਉਹਨਾਂ ਨੇ ਕਟਾਉਣੇ ਸ਼ੁਰੂ ਕਰਤੇ ਨੇ। ਯਾਨੀ ਪਹਿਲੇ ਕੁੜੀਆਂ ਦੇ ਜਿਹੜੇ ਲੰਬੇ ਵਾਲ ਸੀ ਉਹ ਇੱਕ ਸਟੈਂਡਰਡ ਸੀਗਾ ਬਿਊਟੀ ਦਾ, ਬਟ ਅੱਜ ਕੱਲ੍ਹ ਸਾਨੂੰ ਇਹ ਚੀਜ਼ ਦੇਖਣ ਨੂੰ ਨਹੀਂ ਮਿਲਦੀ। ਸ਼ਾਰਟ ਹੇਅਰ ਵੀ ਸਾਨੂੰ ਕੁੜੀਆਂ 'ਚ ਦੇਖਣ ਨੂੰ ਮਿਲਦੇ ਨੇ। ਜਿਹੜੇ ਰਾਈਟਰ ਨੂੰ ਤਕਲੀਫ ਦੇ ਰਹੇ ਨੇ ਉਹ ਕਹਿ ਰਹੇ ਨੇ, ਇਸ ਕੈਂਚੀ ਤਰ ਦਿੱਤੀ ਕੁੜੀਆਂ ਦੀਆਂ ਕੇਸਾਂ 'ਤੇ, ਕੀ ਹੈ ਤਹਿਜ਼ੀਬ ਨਵੀਂ ਟਿੱਕਾ ਬਦਨਾਮੀ ਦਾ, ਹਿੰਦ ਦੇ ਗਲ ਲਟਕ ਰਿਹਾ ਇੱਕ ਤੋਕ ਗੁਲਾਮੀ ਦਾ। ਯਾਨੀ ਉਹ ਕਹਿ ਰਹੇ ਹੈ ਕੋਈ ਨਵੀਂ ਤਹਿਜ਼ੀਬ ਜਿਹੜੀ ਹੈ ਇਸ 'ਤੇ ਸਾਨੂੰ ਮਾਣ ਮਹਿਸੂਸ ਕਰਨ ਦੀ ਲੋੜ ਨਹੀਂ ਹੈ, ਇਹ ਤਾਂ ਸਾਡੇ ਮੱਥੇ 'ਤੇ ਇੱਕ ਬਦਨਾਮੀ ਦਾ ਟਿੱਕਾ ਹੈ ਅਤੇ ਹਿੰਦੁਸਤਾਨ ਦੇ ਗਲੇ ਵਿੱਚ ਲਟਕ ਰਿਹਾ ਹੈ ਜਿਹੜੀ ਇਹ ਗੁਲਾਮੀ ਹੈ। ਸੋ ਇਹ ਸੀ ਪੋਇਮ ਸਾਡੀ ਵਿਦਾਤਾ ਸਿੰਘ ਧੀਰ ਦੀ ਨਵੀਂ ਪੁਰਾਣੀ ਤਹਿਜ਼ੀਬ। ਕੀ ਦੱਸ ਰਿਹਾ ਪੋਇਟਸ 'ਚ ਕਿ ਨਵੀਂ ਤਹਿਜ਼ੀਬ ਕੀ ਹੈ, ਪੁਰਾਣੀ ਕੀ ਸੀ, ਕਿਵੇਂ ਇਹ ਜਿਹੜਾ ਚੇਂਜਿਸ ਹੈ ਉਹ ਰਾਈਟਰ ਨੂੰ ਪਰੇਸ਼ਾਨ ਕਰ ਰਹੇ ਨੇ, ਕੀ ਵੱਖ-ਵੱਖ ਐਗਜ਼ਾਮਪਲ ਦੇ ਕੇ, ਗਾਂ ਦਾ ਐਗਜ਼ਾਮਪਲ ਔਰ ਗਧੀ ਦਾ ਐਗਜ਼ਾਮਪਲ ਦੇ ਕੇ, ਜਿਹੜਾ ਹੈ ਉਹ ਖੋਤੀ ਦਾ ਬੇਸਿਕਲੀ ਐਗਜ਼ਾਮਪਲ ਦੇ ਕੇ, ਕਿਵੇਂ ਉਹ ਚੀਜ਼ਾਂ ਦੇ ਟ੍ਰਾਂਜੀਸ਼ਨ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਸੀ ਕਵਿਤਾ ਵਿਦਾਤਾ ਸਿੰਘ ਧੀਰ ਦੀ ਨਵੀਂ ਪੁਰਾਣੀ ਤਹਿਜ਼ੀਬ।